ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਤਿਗੁਰਾਂ ਦੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਜੋੜਨਾ ਕਰੀਏ, ਕਿਉਂਕਿ ਦੁਨੀਆ ਦੇ ਵਿੱਚ ਆ ਕੇ ਬਿਰਤੀਆਂ ਦਾ ਬੜਾ ਖਿਲਾਰਾ ਪਿਆ ਹੋਇਆ ਹੈ। ਮਨ ਕਈ ਪਾਸੇ ਭੱਜਾ ਫਿਰਦਾ ਹੈ। ਉਮਰ ਥੋੜੀ ਹੈ, ਪਰ ਇਹਦਾ ਖਿਲਾਰਾ ਬਹੁਤਾ ਜ਼ਿਆਦਾ ਹੈ। ਸਮਾਂ ਥੋੜਾ ਹੈ ਇਹਦੇ ਕੋਲ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਤਿੰਨ ਹੀ ਅਵਸਥਾ ਦੇ ਪੜਾਅ ਇਹਦੇ ਕੋਲ ਹਨ, ਪਰ ਖਿਲਾਰਾ ਬਹੁਤ ਵੱਡਾ ਹੈ। ਬਿਨਾਂ ਸਤਿਗੁਰੂ ਜੀ ਦੀ ਕਿਰਪਾ ਤੋਂ, ਧੰਨ ਗੁਰੂ ਨਾਨਕ ਸਾਹਿਬ ਜੀ ਬਾਜਾਂ ਵਾਲੇ, ਕਲਗੀਆਂ ਵਾਲੇ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਇਸ ਮਨ ਦਾ ਇਹ ਖਿਲਾਰਾ ਇਕੱਠਾ ਕਰਨਾ ਬਹੁਤ ਔਖਾ ਹੈ। ਸੋ ਮਨ ਜੋੜੋ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ। ਦਾਸਰਾ ਵੀ ਕੋਸ਼ਿਸ਼ ਕਰਦਾ ਹੈ, ਸਤਿਗੁਰੂ ਆਪਣੇ ਪਾਵਨ ਚਰਨਾਂ ਦੇ ਵਿੱਚ ਘੜੀ ਮੇਰੇ ਮਨ ਨੂੰ ਵੀ ਆਪਣੇ ਪਾਵਨ ਚਰਨਾਂ ਦੇ ਵਿੱਚ ਜੋੜ ਦੇਣ ਦੀ ਕਿਰਪਾਲਤਾ ਕਰਨ। ਹੋ ਸਕਦਾ ਹੈ ਕੋਈ ਸ਼ਬਦ, ਕੋਈ ਅੱਖਰ ਸਾਡੇ ਮਨ ਵਿੱਚ ਵਸ ਜਾਵੇ, ਇਹ ਮਨ ਗੁਰੂ ਦੇ ਰਾਹ ਤੇ ਚੱਲਣ ਲੱਗ ਪਵੇ। ਭਾਈ ਸਾਹਿਬ ਜੀ, ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ, ਕਿਉਂਕਿ ਭਾਈ ਬਾਲਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੀ ਰਹੇ ਹਨ। ਜਿੱਥੇ ਵੀ ਗਏ ਹਨ, ਸਤਿਗੁਰੂ ਜੀ, ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਹੈ ਅਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਤੇ ਭਾਈ ਬਾਲਾ ਜੀ ਨੇ ਚਬਰ ਦੀ ਸੇਵਾ ਕੀਤੀ ਹੈ। ਧੰਨ ਧੰਨ ਦੂਸਰੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਬਾਲਾ ਜੀ ਪਾਸੋਂ ਹੀ ਸਤਿਗੁਰਾਂ ਦੀ ਜੀਵਨ ਯਾਤਰਾ ਬਾਰੇ ਪੁੱਛਿਆ ਅਤੇ ਸੁਲਤਾਨਪੁਰ ਦੇ ਪੈੜਾ ਮੋਖਾ ਜਿਹੜੇ ਸਨ, ਉਹਨਾਂ ਦੇ ਕੋਲੋਂ ਜਿਵੇਂ ਜਿਵੇਂ ਭਾਈ ਬਾਲਾ ਜੀ ਕਹਿੰਦੇ ਗਏ ਕਿ ਸਤਿਗੁਰੂ ਜੀ ਫਲਾਨੀ ਜਗ੍ਹਾ ਗਏ, ਉੱਥੇ ਉਹਨੂੰ ਤਾਰਿਆ, ਸਤਨਾਮ ਜੀ ਦੇ ਲੜ ਲਾਇਆ, ਵਾਹਿਗੁਰੂ ਜੀ ਦੇ ਲੜ ਲਾਇਆ। ਜਿੱਥੇ ਜਿੱਥੇ ਵੀ ਗਏ, ਭਾਈ ਬਾਲਾ ਜੀ ਦੱਸ ਰਹੇ ਹਨ, ਧੰਨ 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 ਦੂਸਰੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ। ਸਤਿਗੁਰਾਂ ਦੇ ਵਚਨ ਸੁਣ ਸੁਣ ਕੇ ਵਿਸਮਾਦ ਹੋ ਰਹੇ ਹਨ। ਬੜਾ ਪਿਆਰ ਕਰਦੇ ਸਨ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ। ਪਹਿਲਾਂ ਆਪ ਜੀ ਨੇ ਸਰਵਣ ਕੀਤਾ ਸੀ, ਜਨਮ ਸਾਖੀ ਵਿੱਚੋਂ ਇੱਕੋ ਹੀ ਐਪੀਸੋਡ ਗਿਆ ਹੈ। ਕੋਸ਼ਿਸ਼ ਕੀਤੀ ਹੈ ਪੜ੍ਹਨ ਦੀ, ਸ਼ਾਇਦ ਕੋਈ ਸ਼ਬਦ ਸਾਡੇ ਮਨ ਵਿੱਚ ਵਸ ਜਾਵੇ, ਸਾਡਾ ਮਨ ਨੀਵਾਂ ਹੋ ਜਾਵੇ। ਰੋਜ਼ ਪੜ੍ਹਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਮਨ ਹਾਥੀ ਬਣਿਆ ਪਿਆ ਹੈ, ਪਰ ਜਿਸ ਰਾਹ ਤੇ ਇਹਨੇ ਚੱਲਣਾ ਹੈ, ਜਿਸ ਪੰਥ ਤੇ, ਜਿਸ ਰਾਹ ਤੇ ਇਹਨੇ ਚੱਲਣਾ ਹੈ, ਜਿੱਥੋਂ ਇਹਨੇ ਲੰਘ ਕੇ ਜਾਣਾ ਹੈ, ਉਹ ਰਾਹ ਬੜਾ ਨਾਨਾ ਹੈ, ਸੂਈ ਦੇ ਨੱਕੇ ਵਰਗਾ ਹੈ। ਉੱਥੋਂ ਲੰਘਣਾ ਹੈ। ਉਹ ਤਾਂ ਲੰਘ ਸਕੇਗਾ ਜੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਨੂੰ ਇਹ ਪੱਲੇ ਬੰਨੇਗਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਜਿਹੜੇ ਹਨ, ਉਹਨਾਂ ਨੂੰ
ਧਾਰਨ ਕਰੇਗਾ। ਆਪ ਜੀ ਸਰਵਣ ਕਰ ਰਹੇ ਸੀ ਜਦੋਂ ਸਤਿਗੁਰੂ ਜੀ ਅਰਬ ਵੱਲ ਗਏ ਹਨ। ਕਈ ਕਈ ਥਾਵਾਂ ਤੇ ਸਤਿਗੁਰਾਂ ਨੇ ਜਾ ਕੇ ਭੁੱਲੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਪਠਾਨਕੋਟ ਵੀ ਗਏ, ਉੱਥੇ ਵੀ ਗੁਰਬਾਣੀ ਉਚਾਰਨ ਕੀਤੀ। 100 ਮਣ ਹਸਤੀ ਘਿਓ ਗੁੜ ਖਾਵੇ, 5 ਸੈਦਾਣਾ ਖਾਏ, ਡੱਕੈ ਫੂਕੈ ਖੇ ਉਡਾਵੇ, ਸਾਹੇ ਗਏ ਪਛਤਾਏ। ਜਦੋਂ ਸਾਹ ਚਲੇ ਜਾਂਦੇ ਹਨ, ਫਿਰ ਭਾਵੇਂ ਹਾਥੀ ਵਰਗਾ ਸਰੀਰ ਵੀ ਹੋਵੇ, ਉਹ ਪਛਤਾਉਂਦਾ ਹੈ। ਆਪਾਂ ਭਗਤਾਂ ਨਾਲ ਜਿਹੜੀ ਚਰਚਾ ਹੋਈ ਹੈ ਉਹ ਪੜ੍ਹ ਰਹੇ ਸਾਂ। ਭਗਤਾਂ ਨੇ ਕਿਹੜੇ ਕਿਹੜੇ ਪ੍ਰਸ਼ਨ ਕੀਤੇ ਸਨ। ਉਹ ਸ਼ਬਦ ਧੰਨ 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 ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਆ ਜਾਂਦੇ ਹਨ। ਆਪ ਜੀ ਨੇ ਸਰਵਣ ਕੀਤਾ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਦੂਸਰੇ ਪਾਤਸ਼ਾਹ ਜੀ ਨੂੰ ਭਾਈ ਬਾਲਾ ਜੀ ਨੇ ਕਿਵੇਂ ਕਿਵੇਂ ਦੱਸਿਆ ਸੀ, ਕਿਵੇਂ ਕਿਵੇਂ ਸੰਤਾਂ ਭਗਤਾਂ ਨਾਲ ਸਤਿਗੁਰਾਂ ਦਾ ਮਿਲਾਪ ਹੋਇਆ, ਕਿਵੇਂ ਕਿਵੇਂ ਉਹਨਾਂ ਨੇ ਪ੍ਰਸ਼ਨ ਕੀਤੇ ਕਿ ਸਤਿਗੁਰੂ ਜੀ ਪਾਪ ਪੁੰਨ ਬੰਦਾ ਆਪ ਕਰਦਾ ਹੈ ਜਾਂ ਕੋਈ ਹੋਰ ਕਰਵਾਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਮਨ ਮਾਇਆ ਦੇ ਪਿੱਛੇ ਆਪੇ ਦੌੜ ਪੈਂਦਾ ਹੈ ਕਿ ਕੋਈ ਇਸ ਮਨ ਨੂੰ ਦੌੜਾਉਂਦਾ ਹੈ, ਭਜਾਉਂਦਾ ਹੈ। ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਸੀ। ਮਨ ਕਾ ਕਹਿਆ ਬਿਲਾਵਲ ਮਹੱਲਾ ਪਹਿਲਾ, ਮਨ ਕਾ ਕਹਿਆ ਮਨਸਾ ਕਰੈ, ਇਹ ਮਨ ਪਾਪ ਪੁੰਨ ਉਚਰੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤੇ ਸਨ, ਮਾਇਆ ਮਦ ਮਾਤੇ ਤ੍ਰਿਪਤ ਨ ਆਵੈ। ਸ਼ਬਦ ਤੁਸੀਂ ਆਪ ਵੀ ਪੜ੍ਹ ਲੈਣਾ ਸੁੱਧ ਕਰਕੇ। ਕਈ ਵਾਰੀ ਦਾ ਆਸਰਾ ਭੁੱਲਣਹਾਰ ਹੈ, ਕੋਈ ਅੱਖਰ ਅੱਗੇ ਪਿੱਛੇ ਹੋ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਸੋਂ ਆਪ ਸਾਧ ਸੰਗਤ ਰੱਬ ਦਾ ਰੂਪ ਹੋ, ਮੈਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਸ਼ਬਦ ਲੱਭ ਲੈਣਾ। ਰਾਗ ਬਿਲਾਵਲ ਮਹੱਲਾ ਪਹਿਲਾ, ਮਨ ਕਾ ਕਹਿਆ ਮਨਸਾ ਕਰੈ। ਸਤਿਗੁਰਾਂ ਨੇ ਉਹਨਾਂ ਨੂੰ ਸਮਝਾਇਆ ਸੀ, ਉਹ ਆਪ ਜੀ ਅੱਗੇ ਸਰਵਣ ਕਰ ਚੁੱਕੇ ਹੋ। ਦਾਤਾਰ ਪਾਤਸ਼ਾਹ ਮਹਾਰਾਜ ਜੀ ਨੇ ਮਾਇਆ ਦਾ ਵੀ ਦੱਸ ਦਿੱਤਾ ਸੀ ਕਿ ਮਾਇਆ ਨਾਲ ਕਦੀ ਵੀ ਕੋਈ ਤ੍ਰਿਪਤ ਨਹੀਂ ਹੋ ਸਕਦਾ, ਰੱਜ ਨਹੀਂ ਸਕਦਾ। ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ। ਤ੍ਰਿਪਤ ਤਾਂ ਆਉਂਦੀ ਹੈ, ਢਿੱਡ ਤਾਂ ਭਰਦਾ ਹੈ, ਸੰਤੋਖ ਤਾਂ ਆਉਂਦਾ ਹੈ, ਜੇ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਇਸ ਮਨ ਨੂੰ ਭਾ ਜਾਣ। ਤ੍ਰਿਪਤ ਮੁਕਤ ਮਨ ਸਾਚਾ ਭਾਵੈ। ਪਰ ਜ਼ਿੰਦਗੀਆਂ ਨਿਕਲ ਜਾਂਦੀਆਂ ਹਨ, ਸੱਚ ਤੋਂ ਬੰਦਾ ਦੂਰ ਹੀ ਰਹਿੰਦਾ ਹੈ, ਝੂਠ ਦੇ ਨਾਲ ਹੀ ਚੰਬੜਿਆ ਰਹਿੰਦਾ ਹੈ। ਸ਼ਲੋਕ ਪੜ੍ਹਿਆ ਕਰੋ ਆਸਾ ਜੀ ਦੀ ਵਾਰ ਦਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਝੂਠ ਹੀ ਝੂਠ ਹੈ, ਝੂਠ ਹੀ ਝੂਠ ਹੈ। ਆ ਜਿਹੜੀ ਜੀਭ ਨੇ ਨਾਮ ਜਪਣਾ ਸੀ, ਸਤਿਗੁਰਾਂ ਨੇ ਉਹਨਾਂ ਨੂੰ ਆਖਿਆ ਸੀ ਕਿ ਇਹ ਜੀਭ ਨਾਮ ਜਪਣ ਦੀ ਬਜਾਏ ਨਿੰਦਾ ਚੁਗਲੀ ਬਖੀਲੀ ਵਿੱਚ ਪਈ ਰਹਿੰਦੀ ਹੈ। ਇਸ ਕਰਕੇ ਬਿਨਾਂ ਸੱਚੇ ਅਕਾਲ ਪੁਰਖ ਜੀ ਦੇ ਸਿਮਰਨ ਤੋਂ ਇਹ ਮਨ ਮਾਇਆ ਵੱਲੋਂ ਨਹੀਂ ਮੁੜ ਸਕਦਾ। ਹੋਰ ਵੀ ਬੜੇ ਹੁਕਮ ਕੀਤੇ ਮਹਾਰਾਜ ਜੀ ਨੇ। ਤਨ ਧਨ ਚਲਤ ਸਭ ਦੇਖ ਅਭਮਾਨਾ। ਇਹ ਤਨ ਦਾ ਧਨ ਦਾ ਇਹ ਸਾਰੇ ਚਲੇ ਜਾਣੇ ਹਨ, ਕੋਲ ਕੁਝ ਨਹੀਂ ਰਹਿਣਾ। ਇਹਨਾਂ ਦਾ ਅਭਮਾਨ ਨਹੀਂ ਕਰੀਦਾ, ਕਿਉਂਕਿ ਬਿਨ ਨਾਵੈ ਕਿਛ ਸੰਗ ਨਾ ਜਾਣਾ। ਬਿਨਾਂ ਨਾਮ ਤੋਂ ਕੋਈ ਚੀਜ਼ ਨਾਲ ਨਹੀਂ ਜਾਂਦੀ ਬੰਦੇ ਦੇ। ਇੱਥੋਂ ਤੱਕ ਇਹ ਸਰੀਰ ਵੀ ਨਾਲ ਨਹੀਂ ਜਾਂਦਾ, ਜਿਹਦੇ ਵਿੱਚ ਇਹ ਭੱਜਾ ਫਿਰਦਾ ਹੈ, ਬਾਹਾਂ ਉੱਚੀਆਂ ਕਰ ਕਰਕੇ ਉਲਾਰ ਉਲਾਰ ਕੇ ਦੱਸਦਾ ਹੈ। ਇਹ ਤਨ ਵੀ ਨਾਲ ਨਹੀਂ ਜਾਂਦਾ, ਤਨ ਵੀ ਇੱਥੇ ਰਹਿ ਜਾਂਦਾ ਹੈ। ਹੋਰ ਵੀ ਰਸ ਜਿੰਨੇ ਵੀ
ਮਹਾਰਾਜ ਜੀ ਨੇ ਗੁਰਬਾਣੀ ਵਿੱਚ ਫਰਮਾਇਆ ਸੀ, ਰਹਾਉ ਤੋਂ ਬਾਅਦ ਕੀਜੈ ਰਸ ਭੋਗ ਖੁਸ਼ੀਆਂ ਮਨ ਕੇਰੀ। ਧਨ ਲੋਕਾਂ ਜੋਗਾ ਰਹਿ ਜਾਣਾ ਹੈ, ਤਨ ਭਸਮੇ ਢੇਰੀ, ਤੇ ਜਿਹੜੀ ਦੇਹ ਹੈ ਇਹ ਖਾਕ ਹੋ ਜਾਣੀ ਹੈ। ਖਾਕੂ ਖਾਕ ਰਲੇ ਸਭ ਫੈਲ, ਬਿਨ ਸਬਦੈ ਨਹੀਂ ਉਤਰੇ ਮੈਲ। ਇੱਥੋਂ ਤੱਕ ਪਹਿਲੇ ਐਪੀਸੋਡ ਵਿੱਚ ਸਰਵਣ ਕੀਤਾ ਸੀ। ਅੱਜ ਦੱਸਰਾ ਥੋੜੇ ਜਿਹੇ ਬਚਨ ਜਨਮ ਸਾਖੀ ਵਿੱਚੋਂ ਅੰਗ ਹੈ 441। ਜਨਮ ਸਾਖੀ ਭਾਈ ਸਾਹਿਬ ਜੀ, ਭਾਈ ਬਾਲਾ ਜੀ, ਜਿਨ੍ਹਾਂ ਨੇ ਸਤਿਗੁਰਾਂ ਦੇ ਸੀਸ ਤੇ ਚੌਰ ਕੀਤੇ ਹਨ। ਭਾਗਾਂ ਵਾਲੇ, ਕਰਮਾਂ ਵਾਲੇ, ਜਿੰਨੀ ਵੀ ਉਸਤਤ ਕਰ ਲਓ ਥੋੜੀ ਹੈ। ਉਹ ਦੱਸ ਰਹੇ ਹਨ। ਧੰਨ ਗੁਰੂ ਅੰਗਦ ਦੇਵ ਜੀ ਸੁਣ ਰਹੇ ਹਨ। ਸਤਿਗੁਰਾਂ ਨੇ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਉਹਨਾਂ ਸੰਤਾਂ ਨੂੰ, ਸਾਧਾਂ ਨੂੰ। ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਜਿਹੜੇ ਸੀ ਉਹ ਸਤਿਗੁਰਾਂ ਨੇ ਦੇ ਦਿੱਤੇ। ਅੱਜ ਫਿਰ ਉਹ ਪੁੱਛ ਰਹੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ, ਇਹ ਪ੍ਰਾਣੀ ਜਿਹੜਾ ਹੈ ਇਹ ਕਈ ਜਨਮ ਜਲਦਾ ਰਹਿੰਦਾ ਹੈ, ਨਰਕਾਂ ਦੇ ਵਿੱਚ ਸੜਦਾ ਰਹਿੰਦਾ ਹੈ। ਗੁਰਬਾਣੀ ਵਿੱਚ ਵੀ ਹੁਕਮ ਹਨ, ਕਈ ਜੋਨ ਗਰਭ ਮਹਿ ਗਲੇ। ਮਾਂ ਦੀ ਕੁੱਖ ਵਿੱਚ ਵੀ ਕਈ ਵਾਰੀ ਗਲ ਜਾਂਦਾ ਹੈ, ਜਨਮ ਮਿਲਦਾ ਹੀ ਨਹੀਂ ਮਾਨਸ। ਸਮਾਂ ਮਿਲਿਆ ਸੀ ਮਾਨਸ ਜਨਮ ਦਾ, ਪਰ ਕੋਈ ਕਰਮ ਐਸੇ ਹੋ ਜਾਂਦੇ ਹਨ ਜਿਨ੍ਹਾਂ ਕਰਕੇ ਉਸ ਗਰਭ ਦੇ ਵਿੱਚ, ਮਾਂ ਦੀ ਕੁੱਖ ਵਿੱਚ ਹੀ ਗਲ ਜਾਂਦਾ ਹੈ, ਜਿਵੇਂ ਲੂਣ ਗਲ ਜਾਂਦਾ ਹੈ ਪਾਣੀ ਵਿੱਚ। ਉਹਨਾਂ ਸੰਤਾਂ ਨੇ, ਭਗਤਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰ ਜੀ ਆਪ ਪੂਰਨ ਹੋ। ਗੁਰਬਾਣੀ ਵਿੱਚ ਵੀ ਹੁਕਮ ਹਨ, ਨਾਨਕ ਗੁਰੂ ਹੈ ਪੂਰਾ। ਕਿ ਦੁਨੀਆ ਨੱਚਦੀ ਹੈ, ਟੱਪਦੀ ਹੈ, ਇਹਨਾਂ ਦੇ ਨੱਚਣ ਟੱਪਣ ਦੇ ਨਾਲ ਇਹਨਾਂ ਦਾ ਮਨ ਜਿਹੜਾ ਹੈ ਪਰਮੇਸ਼ਰ ਨਾਲ ਜੁੜੇਗਾ। ਇਹ ਕਿਵੇਂ ਛੁੱਟਣਗੇ ਜੇ ਇਹਨਾਂ ਦਾ ਮਨ ਪਰਮੇਸ਼ਰ ਨਾਲ ਨਹੀਂ ਜੁੜਦਾ। ਐਵੇਂ ਹੀ ਬਿਨਾਂ ਵਾਹਿਗੁਰੂ ਤੋਂ, ਬਿਨਾਂ ਪਰਮੇਸ਼ਰ ਦੀ ਯਾਦ ਤੋਂ ਮਨ ਜੋੜੀ ਰੱਖਣਗੇ। ਸਤਿਗੁਰਾਂ ਨੇ ਹੁਕਮ ਕੀਤਾ ਕਿ ਜਿਹੜੇ ਮਨ ਤਬਲੇ ਨਾਲ, ਤਬਲਾ ਸਾਰੀ ਉਮਰ ਬੱਕਰਾ ਮੈਂ ਕਰਦਾ ਹੈ, ਜਦੋਂ ਜੜਿਆ ਜਾਂਦਾ ਹੈ ਉਦੋਂ ਕਿਨਾਰ ਤੋਂ ਆਵਾਜ਼ ਆਉਂਦੀ ਹੈ, ਤੂੰ 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 ਤੂੰ। ਜਦੋਂ ਤਬਲਚੀ ਸਿੰਘ ਸੁਰ ਕਰਦੇ ਹਨ, ਤੂੰ ਦੀ ਹੀ ਆਵਾਜ਼ ਨਿਕਲਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਸੰਤਾਂ ਭਗਤਾਂ ਨੂੰ ਆਖਣ ਲੱਗੇ, ਗੀਤ ਨਾਦ ਕਨ ਤਾਲ ਸਕੂਰੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਦੀਨ ਦੁਨੀਆ ਦੇ ਮਾਲਿਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਰਾਇਣ ਰੂਪ ਹਨ, ਰੱਬ ਦਾ ਰੂਪ ਹਨ, ਨਿਰੰਕਾਰ ਦਾ ਰੂਪ ਹਨ। ਰੋਜ਼ ਪੜ੍ਹਦੇ ਵੀ ਹਾਂ, ਨਿਰੰਕਾਰ ਨਿਰੰਕਾਰ ਨਿਰੰਕਾਰ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਰਆਕਾਰ ਸਰੂਪ ਵੀ ਹਨ, ਨਿਰਗੁਣ ਵੀ ਹਨ, ਸਰਗੁਣ ਵੀ ਹਨ। ਤਾਈਓਂ ਤੇ ਸਤਿਗੁਰੂ ਜੀ ਜਿੱਥੇ ਜਾਂਦੇ ਸਨ, ਜੇ ਕੋਈ ਸਿੱਧਾਂ ਨੇ ਜਾਂ ਕਿਸੇ ਨੇ ਨਾਮ ਵੀ ਪੁੱਛਿਆ ਤੇ ਸਤਿਗੁਰਾਂ ਨੇ ਆਖਿਆ, ਸਾਡਾ ਨਾਮ ਨਾਨਕ ਨਿਰੰਕਾਰੀ ਹੈ।
ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਧੰਨ ਹਨ ਸਤਿਗੁਰੂ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਪਿਆਰੇ ਉਤਾਰ ਦਿੱਤਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਤਨਾਮ ਜੀ ਤੇ ਲੜ ਲਾ ਦਿੱਤਾ। ਗੀਤ ਨਾਦ ਕੰਨ ਤਾਲ ਸਕੂਰੇ, ਸਤਿਗੁਰਾਂ ਨੇ ਹੁਕਮ ਕੀਤਾ ਉਹਨਾਂ ਭਗਤਾਂ ਨੂੰ ਕਿ ਭਗਤ ਜਨੋ, ਜਦੋਂ ਜੀ ਚਲਾ ਜਾਂਦਾ ਹੈ ਉਦੋਂ ਵੀ ਕਈ ਵਾਰੀ ਖੜਤਾਲਾਂ ਵਜਾਈਆਂ ਜਾਂਦੀਆਂ ਹਨ, ਨਾਦ ਨਾਲ ਬੋਲਿਆ ਜਾਂਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਲਈਦਾ ਹੈ। ਤਾਈਓ ਤੇ ਲਈਦਾ ਹੈ ਜਦੋਂ ਸਾਰੀ ਸੰਗਤ ਰਲ ਕੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਆਖਦੀ ਹੈ। ਹੋ ਸਕਦਾ ਹੈ ਕਿਸੇ ਸਮੇਂ ਕੋਈ ਨਾਲ ਸਾਜ਼ ਵੀ, ਖੜਤਾਲਾਂ ਆਦਿ ਵੀ ਕਈ ਲੋਕ ਵਜਾ ਲੈਂਦੇ ਹਨ, ਵਜਾਈਦੇ ਹਨ। ਉਹ ਪ੍ਰਾਣ ਤੇ ਉਸ ਵੇਲੇ ਹੁੰਦੇ ਨਹੀਂ, ਪ੍ਰਾਣ ਤਾਂ ਚਲੇ ਜਾਂਦੇ ਹਨ ਵਿੱਚੋਂ। ਅਕਾਲ ਪੁਰਖ ਵਾਹਿਗੁਰੂ ਮਿਹਰ ਕਰ ਦਿੰਦੇ ਹਨ। ਅਕਾਲ ਪੁਰਖ ਵਾਹਿਗੁਰੂ ਮਿਹਰ ਕਰ ਦਿੰਦੇ ਹਨ, ਬਖਸ਼ ਦਿੰਦੇ ਹਨ, ਬਖਸ਼ ਦਿੰਦੇ ਹਨ। ਇਹ ਉਹਨਾਂ ਦੇ ਵੱਸ ਹੈ। ਅਜਾਮਲ ਜੀ ਨੂੰ ਇੱਕ ਵਾਰ ਨਾਰਾਇਣ ਕਹਿਣ ਤੇ ਬਖਸ਼ ਦਿੱਤਾ। ਇਹ ਉਹਨਾਂ ਦੀ ਮਾਲਕ ਦੀ ਮਰਜ਼ੀ ਹੈ। ਸਤਿਗੁਰਾਂ ਨੇ ਹੁਕਮ ਕੀਤਾ, ਐ ਭਗਤੋ, ਇਹ ਪ੍ਰਾਣੀ ਤਾਂ ਜਲਦਾ ਹੈ ਜਦੋਂ ਜੇ ਉਂਝ ਹੀ ਨੱਚਦਾ ਟੱਪਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ, ਨੱਚਿਆ ਟੱਪਿਆ ਭਗਤ ਨਾ ਹੋਏ। ਖਾਲੀ ਨੱਚਣ ਟੱਪਣ ਦੇ ਨਾਲ ਭਗਤ ਨਹੀਂ ਹੋ ਸਕਦਾ, ਪਰਮੇਸ਼ਰ ਦੀ ਬੰਦਗੀ ਨਹੀਂ ਹੋ ਸਕਦੀ। ਕਈ ਵਾਰੀ ਮਨ ਕਰਕੇ ਨੱਚਿਆ ਜਾਂਦਾ ਹੈ, ਟੱਪਿਆ ਜਾਂਦਾ ਹੈ, ਉਹ ਪ੍ਰਵਾਨ ਹੋ ਜਾਂਦਾ ਹੈ, ਕਿਉਂਕਿ ਮਨ ਨੱਚਦਾ ਹੈ। ਨਾਚਨ ਸੋਏ ਜੋ ਮਨ ਸਿਉ ਨਾਚੈ, ਮਨ ਨੂੰ ਜੋੜੇ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਨਾਲ। ਤਾਈਓ ਤੇ ਹਰਿਮੰਦਰ ਸਾਹਿਬ, ਸੱਚਖੰਡ ਦਰਬਾਰ ਸਾਹਿਬ ਜੀ ਦੇ ਵਿੱਚ ਜਦੋਂ ਸਤਿਗੁਰੂ ਜੀ ਦੇ ਕੀਰਤਨੀਏ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੀਰਤਨੀਏ ਕੀਰਤਨ ਕਰਦੇ ਹਨ ਤੇ ਪਿਆਰਿਓ ਮਨ ਜਿਹੜੇ ਹਨ ਝੂਮਣ ਲੱਗ ਪੈਂਦੇ ਹਨ। ਉਹ ਨੱਚਣ ਬਰਾਬਰ ਹੈ ਜਦੋਂ ਮਨ ਝੂਮਦੇ ਹਨ। ਪਿਆਰ ਨਾਲ ਕੀਰਤਨ ਕਰਨ ਵਾਲਿਆਂ ਦੇ ਮਨ ਵੀ ਝੂਮਦੇ ਹਨ, ਨੱਚਦੇ ਹਨ ਜਦੋਂ ਸ਼ਬਦ ਗਾਇਨ ਕੀਤੇ ਜਾਂਦੇ ਹਨ। ਪਖਾਵਜ ਨਾਲ, ਪਖਾਵਜ ਤਬਲੇ ਨੂੰ ਆਖਦੇ ਹਨ, ਸਾਜ਼ਾਂ ਦੇ ਨਾਲ, ਤੰਤੀ ਸਾਜ਼ਾਂ ਦੇ ਨਾਲ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਿਨ੍ਹਾਂ ਨੇ ਹਾਜ਼ਰੀਆਂ ਭਰ ਲਈਆਂ ਹਨ, ਉਹ ਮੁਕਤ ਹੋ ਗਏ, ਉਹ ਮੁਕਤ ਹੋ ਗਏ, ਉਹ ਜਿਉਂਦੇ ਜੀ ਮੁਕਤ ਹੋ ਗਏ। ਤੇ ਭਗਤਾਂ ਨੂੰ ਕਹਿਣ ਲੱਗੇ ਸਤਿਗੁਰੂ ਜੀ ਕਿ ਇਹ ਜਿੰਨੇ ਵੀ ਗੀਤ ਨਾਦ ਗਾਏ ਜਾਂਦੇ ਹਨ, ਗੀਤ ਨਾਦ ਕੰਨ ਤਾਲ ਸਕੂਰੇ, ਬਾਕੀ ਜਿੰਨਾ ਕੁਝ ਵੀ ਗੀਤ ਹੋਣ, ਨਾਦ ਆਵਾਜ਼ ਹੋਵੇ,
ਕੰਨ ਤਾਲ ਸਕੂਰੇ ਸਭ ਕੂੜੇ ਹਨ, ਝੂਠੇ ਹਨ, ਫਾਲਸ ਹਨ। ਬਿਨਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਤੋਂ, ਬਿਨਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਲੈਣ ਤੋਂ, ਬਿਨਾਂ ਅਕਾਲ ਪੁਰਖ ਜੀ ਦੇ ਵਿੱਚ ਚਰਨਾਂ ਦੇ ਵਿੱਚ ਭਿੱਜ ਕੇ ਇਸ ਮਨ ਨੂੰ ਨਚਾਉਣ ਤੋਂ। ਨਾਚਨ ਸੋਏ ਜੋ ਮਨ ਸਿਓ ਨਾਚੈ, ਨਚਿਆ ਟੱਪਿਆ ਭਗਤ ਨਾ ਹੋਏ। ਜੇ ਨਾਮ ਨਹੀਂ ਪੱਲੇ, ਜੇ ਧਿਆਨ ਨਹੀਂ ਸਤਿਗੁਰਾਂ ਵੱਲ, ਸਤਨਾਮ ਜੀ ਵੱਲ, ਤਾਂ ਭਗਤ ਨਹੀਂ ਹੋ ਸਕਦਾ। ਸਤਿਗੁਰਾਂ ਨੇ ਭਗਤਾਂ ਨੂੰ, ਉਹਨਾਂ ਨੂੰ ਸੰਤਾਂ ਨੂੰ ਕਿਹਾ, ਗੀਤ ਨਾਗ ਕੰਨ ਤਾਲ ਸੇ ਕੂਰੇ, ਜਿਨ੍ਹਾਂ ਨਾਲ ਦੁਨੀਆ ਦੇ ਲੋਕ ਮਨ ਪਰਚਾਉਂਦੇ ਹਨ, ਇਹ ਉਦਮ ਝੂਠੇ ਹਨ। ਇਹਨਾਂ ਸਾਜ਼ਾਂ ਦੇ ਨਾਲ, ਇਹਨਾਂ ਤਾਲਾਂ ਦੇ ਨਾਲ, ਇਹਨਾਂ ਨਾਦਾਂ ਦੇ ਨਾਲ, ਨਾਦ ਆਵਾਜ਼ ਨੂੰ ਫਰਮਾਉਂਦੇ ਹਨ। ਆ ਜਿਹੜੀ ਸਾਡੀ ਆਵਾਜ਼ ਹੈ, ਜਿਹਦੇ ਨਾਲ ਸੁਰੀਲਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੀਰਤਨ ਕੀਰਤੀ ਕੀਤੀ ਜਾਂਦੀ ਹੈ, ਜਸ ਹੁੰਦਾ ਹੈ। ਗੁਰੂ ਘਰਾਂ ਦੇ ਵਿੱਚ ਕੀਰਤਨ ਹੁੰਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਕੀਰਤਨ ਹੁੰਦਾ ਹੀ ਰਹਿੰਦਾ ਹੈ ਹਰ ਵੇਲੇ। ਇਹਨਾਂ ਕਿਸਮਾਂ ਨਾਲ ਗੀਤ ਹੋਣ, ਰਾਗ ਤੱਕ ਵੀ ਹੋਣ, ਨੱਚਣ ਆਦਿ ਵਾਲੇ, ਇਹਨਾਂ ਨਾਲ ਐਵੇਂ ਝੂਠਾ ਮਨ ਦਾ ਪਰਚਾਵਾ ਹੁੰਦਾ ਹੈ। ਇਹ ਉਦਮ ਸਾਰੇ ਝੂਠੇ ਹਨ। ਦਰਗਾਹ ਵਿੱਚ ਇਹਨਾਂ ਵਿੱਚੋਂ ਕੋਈ ਵੀ ਕੰਮ ਨਾ ਆਵੇਗਾ। ਐ ਸੰਤ ਜੀ, ਐ ਭਗਤ ਜੀ, ਜੇ ਮਨ ਜੋੜ ਕੇ ਪਖਾਵਜ ਦੇ ਨਾਲ, ਆਵਾਜ਼ ਦੇ ਨਾਲ, ਇਹ ਜਿਹੜੇ ਸਾਜ਼ਵਾਜ ਹਨ, ਇਹਨਾਂ ਦੇ ਨਾਲ ਪਰਮੇਸ਼ਰ ਜੀ ਨੂੰ ਜਪਿਆ ਜਾਵੇ ਤਾਂ ਉਹ ਪੂਰੇ ਗਿਣੇ ਜਾਂਦੇ ਹਨ। ਮਨ ਵੀ ਠੰਡਾ ਹੋ ਜਾਂਦਾ ਹੈ। ਕਰ ਕੀਰਤਨ ਮਨ ਸੀਤਲ ਭਏ, ਜਨਮ ਜਨਮ ਕੇ ਕਿਲ ਬਿਖ ਗਏ, ਜਨਮਾਂ ਜਨਮਾਂ ਦੇ ਕਿਲ ਬਿਖ ਵੀ ਚਲੇ ਜਾਂਦੇ ਹਨ। ਇਹ ਜਿਹੜੀਆਂ ਚੀਜ਼ਾਂ ਹਨ, ਤ੍ਰੇਹੋ ਗੁਣ ਉਪਜੈ, ਇਹ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਆ ਜਾਂਦੀਆਂ ਹਨ। ਜੇ ਮਾਲਿਕ ਦਾ ਨਾਮ ਨਹੀਂ, ਜੇ ਵਾਹਿਗੁਰੂ ਜੀ ਦਾ ਨਾਮ ਨਹੀਂ, ਜੇ ਇੱਕ ਓੰਕਾਰ ਜੀ ਦਾ ਨਾਮ ਨਹੀਂ, ਸਤਨਾਮ ਜੀ ਦਾ ਨਾਮ ਨਹੀਂ, ਹੋਰ ਹੀ ਨੱਚਣਾ ਟੱਪਣਾ ਹੈ, ਗਾਉਣਾ ਹੈ। ਮਨ ਦਾ ਪਰਚਾਵਾ ਤੇ ਹੈ, ਪਰ ਪਰਲੋਕ ਵਾਸਤੇ ਕੁਝ ਨਹੀਂ। ਤਿੰਨਾਂ ਗੁਣਾਂ ਵਿੱਚ ਹੈ। ਤ੍ਰੈ ਗੁਣ ਮਾਇਆ, ਇਹ ਤਿੰਨਾਂ ਗੁਣਾਂ ਵਾਲੀ ਇੱਕ ਮਾਇਆ ਹੈ ਜਿਹੜੀ ਮੋਹ ਕੇ ਰੱਖਦੀ ਹੈ। ਕੰਨ ਪ੍ਰਸੰਨ ਹੋ ਜਾਂਦੇ ਹਨ, ਅੱਖਾਂ ਪ੍ਰਸੰਨ ਹੋ ਜਾਂਦੀਆਂ ਹਨ, ਪਰ ਹੈਗੀਆਂ ਤਿੰਨਾਂ ਗੁਣਾਂ ਵਿੱਚ ਹਨ। ਤਿੰਨਾਂ ਗੁਣਾਂ ਦੀ ਮਾਇਆ ਨੇ ਮਨ ਨੂੰ ਭੁਲਾਇਆ ਹੋਇਆ ਹੈ। ਮਨ ਭੁੱਲੇ ਪਏ ਹਨ। ਤ੍ਰੈ ਗੁਣ ਮਾਇਆ, ਭਰਮ ਭੁਲਾਇਆ, ਭਰਮ ਪਿਆ ਹੋਇਆ ਹੈ। ਦੇਖੋ ਕਿੰਨੇ ਸੋਹਣੇ ਰਾਗ ਵੱਜ ਰਹੇ ਹਨ, ਕਿੰਨੇ ਸੋਹਣੇ ਗੀਤ ਗਾਏ ਜਾ ਰਹੇ ਹਨ, ਕਿੰਨੇ ਰਾਗ ਗਾਏ ਜਾ ਰਹੇ ਹਨ, ਕਿੰਨਾ ਸੋਹਣਾ ਨਾਚ ਹੋ ਰਿਹਾ ਹੈ। ਪਰ ਸਤਿਗੁਰੂ ਜੋ ਹੁਕਮ ਕਰਦੇ ਹਨ, ਰਾਗ ਨਾਦ ਸਭ ਸੱਚ ਹੈ, ਪਰ ਸੱਚ ਦੇ ਨਾਲ ਜਿਹੜੇ ਜੁੜੇ ਹੋਏ ਹਨ। ਰਾਗ ਨਾਦ ਸਭ ਸੱਚ ਹੈ, ਝੂਠੇ ਨਹੀਂ ਹਨ, ਸੱਚੇ ਹਨ। ਪਰ ਉਹ ਸੱਚੇ ਹਨ ਜਿਹੜੇ ਸੱਚ ਨਾਲ, ਇੱਕ ਓੰਕਾਰ ਜੀ ਨਾਲ, ਧੰਨ ਗੁਰੂ ਰਾਮਦਾਸ ਜੀ ਦੇ ਦਰ ਦੇ ਨਾਲ ਜੁੜੇ ਹੋਏ ਹਨ, ਉਸਤਤ ਕਰਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ। ਤ੍ਰੇਹ ਗੁਣ ਉਪਜੈ, ਨਾਮ ਤੋਂ ਬਿਨਾਂ ਬੰਦਾ ਇਹਨਾਂ ਵਿੱਚ ਪੈ ਕੇ ਜੰਮਦਾ ਹੈ, ਮਰਦਾ ਹੈ। ਜੰਮਣ ਮਰਨ ਦੇ ਹੇਠ ਹੀ ਲੱਗਾ ਰਹਿੰਦਾ ਹੈ, ਆਉਣਾ ਜਾਣਾ ਬਣਿਆ ਰਹਿੰਦਾ ਹੈ। ਵਾਹਿਗੁਰੂ ਜੀ ਦੇ, ਪਰਮੇਸ਼ਰ ਜੀ ਦੇ ਚਰਨਾਂ ਤੋਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਉਹਨਾਂ ਭਗਤਾਂ ਨੂੰ, ਇਹ ਮਾਨਸ ਵਿਛੜੇ ਰਹਿੰਦੇ ਹਨ, ਦੁਨੀਆ ਨਾਲ ਹੀ ਜੁੜੇ ਰਹਿੰਦੇ ਹਨ। ਤ੍ਰੈਗੁਣੀ ਮਾਇਆ ਜਿਹੜੀ ਹੈ, ਰਜੋ ਤਮੋ ਸਤੋ, ਉਹਦੇ ਵਿੱਚ ਹੀ ਜੁੜੇ ਰਹਿੰਦੇ ਹਨ। ਵਾਹਿਗੁਰੂ ਜੀ ਭੁੱਲ ਜਾਂਦੇ ਹਨ, ਪਰਮੇਸ਼ਰ ਜੀ ਭੁੱਲ ਜਾਂਦੇ ਹਨ।
ਤ੍ਰਿਹ ਗੁਣ ਉਪਜੈ। ਇਹਨਾਂ ਨੂੰ ਸੁਣਨ ਦੇ ਨਾਲ, ਇੰਜ ਨੱਚਣ ਟੱਪਣ ਦੇ ਨਾਲ ਹੋਰ ਹੀ ਕੁਝ ਮਨ ਵਿੱਚ ਪ੍ਰਗਟ ਹੋ ਜਾਂਦਾ ਹੈ। ਦੂਜੀ ਦੁਰਮਤ ਦਰਦ ਨ ਜਾਏ। ਐ ਭਗਤ ਜਨੋ, ਤੁਹਾਡੇ ਮਨ ਵਿੱਚ ਪਿਆਰ ਆਇਆ ਹੈ ਪਰਮੇਸ਼ਰ ਦਾ, ਤਾਂ ਤੁਸਾਂ ਇਹ ਗੱਲਾਂ ਸਾਨੂੰ ਪੁੱਛੀਆਂ ਹਨ ਕਿ ਨੱਚਣਾ ਟੱਪਣਾ ਕਿਹੜਾ ਸਫਲ ਹੈ। ਸਤਿਗੁਰੂ ਜੀ ਹੁਕਮ ਕਰਨ ਲੱਗੇ, ਬਿਲਾਵਲ ਰਾਗ ਦਾ ਸ਼ਬਦ ਹੈ। ਬਿਲਾਵਲ ਮਹੱਲਾ ਪਹਿਲਾ। ਮਨ ਕਾ ਕਹਿਆ ਮਨਸਾ ਕਰੈ, ਇਹ ਮਨ ਪੁੰਨ ਪਾਪ ਉਚਰੈ। ਸਤਿਗੁਰਾਂ ਫਰਮਾਇਆ, ਐ ਭਗਤ ਜਨੋ, ਇਹਨਾਂ ਤਿੰਨਾਂ ਗੁਣਾਂ ਤੋਂ ਬਚਣਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਨਾ ਹੈ। ਜੇ ਤ੍ਰੈਗੁਣ ਮਾਇਆ ਦੇ ਵਿੱਚ ਭਰਮਦੇ ਰਹੇ ਵਾਹਿਗੁਰੂ ਜੀ ਨੂੰ ਛੱਡ ਕੇ, ਤਾਂ ਦੁਰਮਤ ਵਿੱਚ ਪੈ ਰਵਾਂਗੇ। ਤੇ ਦੁਰਮਤ ਜਿਹੜੀ ਹੈ, ਇਹ ਦੂਜੀ ਹੈ, ਦੂਜਾ ਭਾਵ ਹੈ। ਦੂਜੀ ਦੁਰਮਤ ਦਰਦ ਨ ਜਾਏ। ਭਗਤੋ, ਦੂਜੀ ਦੁਰਮਤ ਜਿਹੜੀ ਹੈ, ਵਾਹਿਗੁਰੂ ਜੀ ਨੂੰ ਭੁੱਲ ਕੇ, ਸਤਨਾਮ ਜੀ ਨੂੰ ਭੁੱਲ ਕੇ, ਇਹਦੇ ਨਾਲ ਨਾ ਮਨ ਦਾ ਨਾ ਤਨ ਦਾ ਕੋਈ ਦਰਦ ਦੂਰ ਨਹੀਂ ਹੁੰਦਾ। ਇਹ ਮਨ ਛੁੱਟ ਨਹੀਂ ਸਕਦਾ। ਅਕਾਲ ਪੁਰਖ ਜੀ ਦੇ ਚਰਨਾਂ ਨਾਲ ਜੁੜ ਨਹੀਂ ਸਕਦਾ, ਹੋਰ ਹੀ ਨੱਚਣ ਟੱਪਣ ਨਾਲ ਜੁੜਿਆ ਰਹੇਗਾ। ਤੇ ਭਗਤਾਂ ਨੇ ਕਿਹਾ, ਸਤਿਗੁਰ ਜੀ ਫਿਰ ਕਿਵੇਂ ਛੁੱਟ ਸਕਦਾ ਹੈ ਇਹ ਮਨ? ਤੇ ਧੰਨ ਗੁਰੂ ਨਾਨਕ ਸਾਹਿਬ ਜੀ, ਜਨਮ ਸਾਖੀ ਦਾ ਅੰਗ ਹੈ 441। ਛੁੱਟੈ ਗੁਰਮੁਖ ਦਾਰੂ ਗੁਣ ਗਾਏ। ਸਤਿਗੁਰਾਂ ਨੇ ਆਖਿਆ, ਭਗਤ ਜੀ, ਐ ਸੰਤ ਜੀ, ਤਾਂ ਬੰਦਾ ਛੁੱਟ ਸਕਦਾ ਹੈ, ਇਹ ਮਨ ਛੁੱਟ ਸਕਦਾ ਹੈ। ਦਾਰੂ ਦਵਾਈ ਲਵੇ। ਉਹ ਦਵਾਈ ਕਿਹੜੀ ਹੈ? ਉਹ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ, ਸਤਨਾਮ ਜੀ ਦਾ ਨਾਮ ਜਪਣਾ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸ਼ਬਦ ਪੜਿਓ ਜਨਮ ਜਨਮ ਕੇ ਦੁਖ ਨਿਵਾਰੈ, ਸੋਕਾ ਮਨ ਸਾਧਾਰੈ। ਸੰਤ ਜੀ, ਭਗਤ ਜੀ, ਨਾਮ ਜਪਣ ਨਾਲ, ਗੁਣ ਆਪਣੇ ਆਪ ਵਿੱਚ ਪ੍ਰਗਟ ਕਰਨ ਦੇ ਨਾਲ, ਲੋਕ ਅਵਗੁਣਾ ਕੀ ਬੰਨੈ ਗੰਠੜੀ। ਲੋਕ ਤੇ ਅਵਗੁਣਾ ਦੀਆਂ ਗੰਢਾਂ ਬੰਨ ਰਹੇ ਹਨ, ਨਹੀਂ ਛੁੱਟ ਸਕਣਗੇ। ਤਾਂ ਛੁੱਟਣਗੇ ਜੇ ਨਾਮ ਜਪਣਗੇ, ਗੁਣ ਧਾਰਨ ਕਰਨਗੇ। ਹਾਲਾਤ ਐਸੇ ਬਣੇ ਪਏ ਹਨ, ਹਮ ਅਵਗੁਣ ਭਰੇ, ਏਕ ਗੁਣ ਨਾਹੀ, ਗੁਰੂ ਦੀ ਬੜੀ ਲੋੜ ਹੈ। ਗੁਰੂ ਸਿੱਧੇ ਰਾਹ ਪਾ ਦਿੰਦੇ ਹਨ। ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਸੰਤਾਂ ਨੂੰ, ਛੁੱਟੈ ਗੁਰਮੁਖ ਦਾਰੂ ਗੁਣ ਗਾਏ। ਦਾਰੂ ਵਰਤਣ, ਦਵਾਈ ਲੈਣ, ਤੇ ਦਵਾਈ ਰਸਨਾ ਦੇ ਨਾਲ ਲੈਣੀ ਹੈ। ਆਖਣਾ ਹੈ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਐ ਸੰਤ ਜੀ, ਤਾਂ ਜਾ ਕੇ ਨਰਕਾਂ ਦੇ ਵਿੱਚ ਇਹ ਜੀਵ ਨਹੀਂ ਸੁੱਟਿਆ ਜਾਂਦਾ, ਨਾ ਜਲਦਾ ਹੈ, ਨਾ ਬਲਦਾ ਹੈ। ਗੁਰੂ ਦੇ ਚਰਨਾਂ ਵਿੱਚ ਇਹ ਮਨ ਨੱਚਣ ਲੱਗ ਪਵੇ, ਝੂਮਣ ਲੱਗ ਪਵੇ। ਜਿਵੇਂ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਮਨ ਜੁੜ ਜਾਂਦਾ ਹੈ, ਇਹ ਮਨ ਝੂਮਣ ਲੱਗ ਪੈਂਦਾ ਹੈ। ਨਹੀਂ ਤਾਂ ਹੋਰ ਜੋ ਕੁਝ ਤੁਸਾਂ ਪੁੱਛਿਆ ਹੈ ਨੱਚਣ ਬਾਰੇ, ਟੱਪਣ ਬਾਰੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ, ਇਹਨਾਂ ਵਿੱਚ ਹੀ ਫਿਰ ਭਰਮਦਾ ਰਹਿੰਦਾ ਹੈ, ਇਹਨਾਂ ਵਿੱਚ ਹੀ ਭੱਜਾ ਫਿਰਦਾ ਰਹਿੰਦਾ ਹੈ, ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ।
ਲੇਕਿਨ ਅਕਾਲ ਪੁਰਖ ਵਾਹਿਗੁਰੂ ਜੀ ਨਾਲੋਂ ਇਹ ਜੀਵ ਵਿਛੜਿਆ ਰਹਿੰਦਾ ਹੈ। ਕਈ ਕਈ ਸਾਲਾਂ ਦੀ ਉਮਰ ਮਿਲ ਜਾਂਦੀ ਹੈ, ਪੱਥਰ ਦੀ ਜੂਨ ਮਿਲ ਜਾਂਦੀ ਹੈ, ਮੁੱਕਣ ਵਿੱਚ ਹੀ ਨਹੀਂ ਆਉਂਦੀ। ਉਦੋਂ ਕਿਤੇ ਮੁੱਕਦੀ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਕੋ ਪਰਲੋ ਲੈ ਆਉਂਦੇ ਹਨ। ਉਦੋਂ ਜਾ ਕੇ ਫਿਰ ਇਹ ਪੱਥਰ, ਇਹ ਪਹਾੜ ਹਿੱਲਦੇ ਹਨ। ਉਦੋਂ ਜਾ ਕੇ ਇਹਨਾਂ ਦੀ ਮੁਕਤੀ ਹੁੰਦੀ ਹੈ। ਉਦੋਂ ਜਾ ਕੇ ਇਸ ਜੂਨ ਤੋਂ ਛੁਟਕਾਰਾ ਮਿਲਦਾ ਹੈ। ਨਹੀਂ ਤਾਂ ਵਿਛੋੜੇ ਦਾ ਦੁੱਖ ਵਿਛੜੇ ਹੋਏ ਲੋਕ ਪਰਮੇਸ਼ਰ ਨਾਲੋਂ ਭੁਗਤਦੇ ਹੀ ਰਹਿੰਦੇ ਹਨ। ਇਹ ਦੂਜਾ ਭਾਵ ਹੈ ਸੰਤ ਜੀ। ਸਤਿਗੁਰਾਂ ਨੇ ਹੁਕਮ ਕੀਤਾ ਉਹਨਾਂ ਸੰਤਾਂ ਨੂੰ, ਭਗਤਾਂ ਨੂੰ, ਦੋਇਆ ਭਾਏ ਵਿਗੁਚੀ ਹੈ, ਵਿਗੋਚਾ ਪੈ ਜਾਂਦਾ ਹੈ, ਮਾਲਕ ਵੱਲੋਂ ਭੁੱਲ ਜਾਈਦਾ ਹੈ। ਗੱਲ ਪਈ ਉਸ ਜਮ ਕੀ ਫਾਸ, ਜਮਾਂ ਦੀ ਫਾਈ ਫਿਰ ਪਿਆਰਿਓ ਗੱਲ ਵਿੱਚ ਪਈ ਰਹਿੰਦੀ ਹੈ। ਅੱਜ ਦੀ ਕਥਾ ਇੱਥੇ ਤੱਕ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ। ਸਤਿਗੁਰੂ ਕਿਰਪਾ ਕਰਨ। ਦਾਤਾਰ ਪਾਤਸ਼ਾਹ ਮਹਾਰਾਜ ਜੀ ਧਿਆਨ ਰੱਖਣਾ ਹੈ ਕਿ ਖਾਕੂ ਖਾ ਕਰ ਲੈ ਸਭ ਫੈਲ, ਬਿਨ ਸ਼ਬਦੈ ਨਹੀਂ ਉਤਰੈ ਮੈਲ। ਗੀਤ ਰਾਗ, ਕਈ ਗੀਤ ਰਾਗਾਂ ਵਿੱਚ ਹੁੰਦੇ ਹਨ। ਦੁਨੀਆ ਦੇ ਮਨ ਨੱਚਣ ਲੱਗ ਪੈਂਦੇ ਹਨ, ਪਰ ਗੁਰੂ ਸਾਹਿਬ ਕਹਿੰਦੇ ਹਨ ਇਹ ਨੱਚਣਾ ਝੂਠਾ ਹੈ ਮਨ ਦਾ, ਇਹ ਤਾਂ ਇੱਥੇ ਹੀ ਰਹਿ ਜਾਵੇਗਾ। ਨੱਚਣਾ ਹੈ ਤੇ ਮਾਲਕ ਦੇ ਚਰਨਾਂ ਨਾਲ ਜੁੜ ਕੇ, ਐ ਮਨਾ ਨੱਚ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਆ ਜਿਹੜੇ ਤ੍ਰੈ ਗੁਣ ਹਨ, ਤ੍ਰੈ ਗੁਣ ਮਾਇਆ, ਭਰਮ ਭੁਲਾਇਆ, ਇਹ ਭਰਮ ਭੁਲੇਖਾ ਤਾਂ ਨਿਕਲੇਗਾ ਜੇ ਤੂੰ ਗੁਰੂ ਦੇ ਲੜ ਲੱਗੇਗਾ, ਜੇ ਤੂੰ ਗੁਰਬਾਣੀ ਨੂੰ ਸੁਣੇਗਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਭਗਤਾਂ ਦੀ ਸੰਤੁਸ਼ਟੀ ਕੀਤੀ ਜੋ ਜੋ ਉਹਨਾਂ ਨੇ ਪ੍ਰਸ਼ਨ ਕੀਤੇ। ਦਾਤਾਰ ਪਾਤਸ਼ਾਹ ਮਹਾਰਾਜ ਜੀ ਨੇ ਆਖ ਦਿੱਤਾ ਕੋਈ ਵੀ ਦਰਦ ਨਹੀਂ ਜਾ ਸਕਦਾ ਬਿਨਾਂ ਨਾਮ ਜਪਣ ਤੋਂ, ਬਿਨਾਂ ਸਿਮਰਨ ਕਰਨ ਤੋਂ। ਅੱਗੋਂ ਜੇ ਸਤਿਗੁਰੂ ਨੇ ਕਿਰਪਾ ਕੀਤੀ, ਇਹ ਦੂਜਾ ਐਪੀਸੋਡ ਹੈ, ਆਪੇ ਪੜ੍ਹ ਲਿਆ ਕਰੋ, ਨੰਬਰ ਲਿਖ ਲਿਆ ਕਰੋ। ਅੱਗੋਂ ਜੇ ਗੁਰੂ ਨੇ, ਜੇ ਸਤਿਗੁਰਾਂ ਨੇ, ਤਾਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਤੇ ਪੜਾਂਗੇ ਧੋਤੀ ਉਜਲ ਤਿਲਕ ਗਲ ਮਾਲਾ। ਇਹ ਵੀ ਪ੍ਰਸ਼ਨ ਉਹਨਾਂ ਭਗਤਾਂ ਨੇ ਕੀਤਾ ਹੈ। ਜਨਮ ਸਾਖੀ ਭਾਈ ਬਾਲਾ ਜੀ ਵਾਲੀ, ਅੰਗ ਹੈ 441। ਦਾਸ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ UK ਤੋਂ ਕਥਾ ਕਰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ। ਸਾਧ ਸੰਗਤ ਜੀ, ਤੁਸੀਂ ਰੱਬ ਦਾ ਰੂਪ ਹੋ, ਬੜੀਆਂ ਭੁੱਲਾਂ ਹੋ ਗਈਆਂ ਹਨ, ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰੋ। ਨਾਮ ਜਪਿਆ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।